ਸਵਾਰੀ ਸਾਧ ਸੰਗਤ ਜੀਓ, ਬੜੇ ਵੱਡੇ ਭਾਗਾਂ ਵਾਲੇ ਹਾਂ। ਇਸ ਵਡਭਾਗੀ ਸਮੇਂ ਦਾ ਲਾਹਾ ਲੈ ਰਹੇ ਹਾਂ। ਬਿਨ ਭਾਗਾ ਸਤ ਸੰਗ ਨਾ ਲੱਗੇ, ਬਿਨ ਸੰਗਤ ਮੈਲ ਭਰੀਜੇ ਜੀਓ। ਆਪੇ ਸੰਗਤ ਸਤ ਬਹਾਲੇ, ਆਪੇ ਵਿਦਾ ਕਰਾਏ। ਜਦੋਂ ਪਰਮੇਸ਼ਰ ਤੁਹਾਡੇ ਤੇ ਤਰੁੱਠਦਾ ਹੈ, ਦਇਆਵਾਨ ਹੁੰਦਾ ਹੈ, ਤਾਂ ਤੁਹਾਨੂੰ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਸੱਚੀ ਸੰਗਤ ਪ੍ਰਾਪਤ ਹੁੰਦੀ ਹੈ। ਸਾਰੇ ਵੱਡੇ ਭਾਗਾਂ ਵਾਲੇ ਹੋ। ਉਹ ਪਰਿਵਾਰ ਵੀ ਭਾਗਾਂ ਵਾਲਾ ਹੈ, ਉਹ ਘਰ ਵੀ ਭਾਗਾਂ ਵਾਲਾ ਹੈ, ਜਿੱਥੇ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਹੁੰਦੀ ਹੈ। ਆਓ ਸਾਧ ਸੰਗਤ ਜੀਓ, ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅਸੀਂ ਮਾਰਗ ਤੇ ਉਦੋਂ ਚੱਲ ਪਾਵਾਂਗੇ, ਮਾਰਗ ਰਸਤੇ ਨੂੰ ਆਖਦੇ ਹਨ, ਜਦੋਂ ਸਾਨੂੰ ਰਸਤੇ ਦਾ ਪਤਾ ਹੋਏ। ਵੇਖੋ, ਅਸੀਂ ਕਿਤੇ ਦੂਰ ਜਾਣਾ ਹੋਵੇ, ਜੇ ਸਾਨੂੰ ਰਸਤਾ ਨਹੀਂ ਪਤਾ ਤਾਂ ਅਸੀਂ ਪਹਿਲਾਂ ਦੂਸਰੇ ਕੋਲ ਰਸਤਾ ਪੁੱਛਣ ਦੀ ਕੋਸ਼ਿਸ਼ ਕਰਾਂਗੇ, ਤੇ ਫਿਰ ਉਸ ਰਸਤੇ ਤੇ ਜਾਵਾਂਗੇ, ਤੇ ਜੇ ਤੁਰਾਂਗੇ ਤੇ ਤਾਂ ਹੀ ਉਸ ਮੰਜ਼ਿਲ ਤੱਕ ਪਹੁੰਚਾਂਗੇ ਜਿੱਥੇ ਅਸੀਂ ਜਾਣਾ ਹੈ। ਇਸ ਕਰਕੇ ਜੋ ਪ੍ਰਮਾਤਮਾ ਸਾਨੂੰ ਸਮਝਾਉਣਾ ਕਰਦੇ ਹਨ, ਦੱਸਣਾ ਕਰਦੇ ਹਨ, ਜੇ ਮਨ ਕਰਕੇ ਉਸ ਚੀਜ਼ ਨੂੰ ਸੁਣੇਗਾ, ਸਰਵਣ ਕਰੇਗਾ, ਸਮਝ ਕਰੇਗਾ। ਵੇਖੋ, ਸਾਰੀ ਗੁਰਬਾਣੀ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਹੈ। ਵੇਖੋ, ਅਸੀਂ ਕਿੱਥੋਂ ਆਏ ਹਾਂ? ਉਸ ਪ੍ਰਮਾਤਮਾ ਤੋਂ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਇੱਕੋ ਵਾਰੀ ਪਸਾਰਾ ਕੀਤਾ ਸੀ, ਸਾਰੇ ਉੱਥੋਂ ਆਏ ਹਾਂ। ਕਿੱਥੋਂ? ਸੱਚ ਤੋਂ, ਪ੍ਰਮਾਤਮਾ ਤੋਂ। ਤੇ ਸਾਡੀ ਮੰਜ਼ਿਲ ਕੀ ਹੈ? ਸੱਚ, ਪ੍ਰਮਾਤਮਾ। ਅਸੀਂ ਉੱਥੋਂ ਤੱਕ ਜਾਣਾ ਹੈ, ਤੇ ਉੱਥੋਂ ਜਾਣ ਦਾ ਰਸਤਾ, ਜਿਵੇਂ ਅਸੀਂ ਦੁਨਿਆਵੀ ਤੌਰ ਤੇ ਤਾਂ ਸਾਨੂੰ ਚਿੰਤਾ ਵੀ ਹੋ ਜਾਂਦੀ ਹੈ। ਅਸੀਂ 500 ਕਿਲੋਮੀਟਰ ਜਾਣਾ ਹੈ, ਮੈਨੂੰ ਰਸਤਾ ਨਹੀਂ ਪਤਾ, ਤੇ ਮੈਂ ਕਿਸੇ ਨਾ ਕਿਸੇ ਤੋਂ ਪੁੱਛਾਂ। ਤੇ ਵੇਖੋ, ਅਸੀਂ ਉਸ ਅਕਾਲ ਪੁਰਖ ਤੋਂ ਆਏ ਹਾਂ, ਉਹਦੇ ਤੋਂ ਵਿਛੜੇ ਹੋਏ। ਅਸੀਂ ਕਦੇ ਵੀ ਚਿੰਤਤ ਨਹੀਂ ਹੋਏ। ਅਸੀਂ ਕਦੇ ਵੀ ਆਪਣੇ ਆਪ ਦੇ ਨਾਲ ਸਵਾਲ ਨਹੀਂ ਕੀਤਾ ਵੀ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਤੇ ਕਦੋਂ ਅਸੀਂ ਇੱਥੋਂ ਚਲੇ ਜਾਣਾ ਹੈ। ਵੇਖੋ, ਜਿਹੜੀ ਚੀਜ਼ ਦੀ, ਜਿਵੇਂ ਹੁਣ ਅਸੀਂ ਮੇਨ ਸਰਵਣ ਕੀਤਾ ਸੀ ਨਾ, ਦਰਸ ਤਰੇ ਕੀ ਪਿਆਸ ਮਨ ਲਾਗੀ। ਵੇਖੋ, ਪਹਿਲਾਂ ਅਸੀਂ ਮੰਗ ਕੀ ਕਰਨੀ ਹੈ? ਪਹਿਲਾਂ ਅਸੀਂ ਮੰਗ ਕਰਨੀ ਹੈ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪਹਿਲਾਂ ਪਰਮਾਤਮਾ ਕੋਲ ਕਿਰਪਾ ਮੰਗਣੀ ਹੈ। ਨਿਰੰਕਾਰ ਜੀ, ਉਹ ਮਿਹਰ ਕਰੋ, ਪਹਿਲਾਂ ਮੇਰੇ ਅੰਦਰ ਇਹ ਪਿਆਸ ਪੈਦਾ ਹੋ ਜਾਵੇ। ਵੇਖੋ, ਦੁਨਿਆਵੀ ਤੌਰ ਤੇ ਪਾਣੀ ਸਾਡੇ ਕੋਲ ਪਿਆ ਹੋਵੇ, ਜੇ ਸਾਨੂੰ ਪਿਆਸ ਨਹੀਂ ਨਾ ਲੱਗੀ, ਤੇ ਉਹ ਸਾਡੇ ਮਾਇਨੇ, ਸਾਡੇ ਕੋਈ ਵੀ ਮਤਲਬ ਦੀ ਚੀਜ਼ ਨਹੀਂ ਹੈ। ਅਸੀਂ ਤੜਫਾਂਗੇ ਉਹਦੇ ਲਈ ਉਦੋਂ ਭੱਜਾਂਗੇ, ਜਾਂ ਕਿਸੇ ਕੋਲ ਉਦੋਂ ਦੀ ਮੰਗ ਕਰਾਂਗੇ ਜਦੋਂ ਸਾਨੂੰ ਪਿਆਸ ਲੱਗੇਗੀ। ਵੇਖੋ, ਭਾਵੇਂ ਸਾਡੇ ਕੋਲ ਕਿਸੇ ਵੀ ਬਰਤਨ ਦੇ ਵਿੱਚ ਪਾਣੀ ਪਿਆ ਹੋਵੇ, ਜੇ ਪਿਆਸ ਨਹੀਂ ਨਾ ਸਾਨੂੰ ਲੱਗੀ, ਤੇ ਉਹ ਸਾਡੇ ਲਈ ਕੋਈ ਵੀ ਮਾਇਨੇ ਚੀਜ਼ ਨਹੀਂ ਰੱਖਦੀ। ਉਸੇ ਤਰ੍ਹਾਂ ਪ੍ਰਮਾਤਮਾ ਚਾਹੇ ਸਾਡੇ ਅੰਦਰ ਹੈ, ਚਾਹੇ ਸਾਡੇ ਹਰੇਕ ਦਮ ਦੇ ਨਾਲ, ਸਾਡੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ, ਜੇ ਸਾਨੂੰ ਉਹਦੇ ਦਰਸ਼ਨਾਂ ਦੀ ਪਿਆਸ ਨਹੀਂ ਨਾ ਪੈਦਾ ਹੋਈ, ਤਾਂ ਅਸੀਂ ਕਦੇ ਵੀ ਉਹਦੇ ਲਈ ਤੜਫਾਂਗੇ ਨਹੀਂ। ਤੇ ਪਹਿਲਾਂ ਕੀ ਕਰਨਾ ਹੈ? ਸੱਚੇ ਪਾਤਸ਼ਾਹ ਕਹਿੰਦੇ, ਕਰ ਕਿਰਪਾ ਪ੍ਰਭ ਆਪਣੀ। ਹੇ ਪ੍ਰਭੂ ਨਿਰੰਕਾਰ, ਆਪਣੀ ਕਿਰਪਾ ਕਰ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਮੇਰੇ ਅੰਦਰ ਪਿਆਸ ਲੱਗੇ, ਮੈਨੂੰ ਤੜਫ ਪੈਦਾ ਹੋਵੇ। ਬਿਰਹੋ ਬਿਰਹੋ ਆਖੀਐ, ਬਿਰਹੋ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਲ। ਸੱਚੇ ਪਾਤਸ਼ਾਹ ਨੇ ਸ਼ਬਦ ਲਫ਼ਜ਼ਾਂ ਦੇ ਵਿੱਚ ਕਹਿਤਾ, ਜਿਨ੍ਹਾਂ ਦੇ ਅੰਦਰ ਅਜੇ ਤੱਕ ਤੜਫ ਪੈਦਾ ਨਹੀਂ ਨਾ ਹੋਈ, ਅੰਦਰ ਅਜੇ ਚੀਜ਼ ਪੈਦਾ ਨਹੀਂ ਨਾ ਹੋਈ, ਅਜੇ ਤੱਕ ਵੀ ਇਹ ਸੋਚਦੇ ਨੇ ਅਸੀਂ ਕਾਰੋਬਾਰ ਨੂੰ ਇੱਥੋਂ ਤੱਕ ਵਧਾ ਲਈਏ, ਅਸੀਂ ਧੀਆਂ ਪੁੱਤਰਾਂ ਦੇ ਵਿਆਹ ਕਰ ਲਈਏ, ਅਜੇ ਤੱਕ ਵੀ ਇਹਨਾਂ ਸਫ਼ਰ ਨੂੰ ਸ਼ੁਰੂ ਨਹੀਂ ਨਾ ਕੀਤਾ। ਤੇ ਇਹ ਇੱਕ ਸ਼ਮਸ਼ਾਨ ਭੂਮੀ ਦੇ ਜੀਂਦੇ ਜੀ ਬਰਾਬਰ ਹਨ। ਤੇ ਵੇਖੋ, ਦਾਸ ਉਪਦੇਸ਼ ਤਾਂ ਕਰ ਰਿਹਾ ਹੈ, ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਦੀ ਵਿਚਾਰਤਾ ਕਰ ਰਹੇ ਹਾਂ,
ਪਰ ਆਪ ਅਸੀਂ ਵੀ ਸਾਰਾ ਦਿਨ ਮਾਇਆ ਦੇ ਵਿੱਚ ਰਹਿੰਦੇ ਆ। ਸਾਡੇ ਤੇ ਦਇਆ ਕਰੋ, ਸਾਡੇ ਤੇ ਤਰੁੱਠੋ। ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਅਸੀਂ ਵੀ ਇਸ ਮਾਰਗ ਤੇ ਚੱਲ ਕੇ, ਇਸ ਰਸਤੇ ਤੇ ਚੱਲ ਕੇ ਤੇਰੇ ਤੱਕ ਪਹੁੰਚ ਜਾਈਏ। ਜੋ ਤੁਸੀਂ ਸਾਨੂੰ ਸਮਝਾਉਣਾ ਕਰਦੇ ਹੋ, ਅਸੀਂ ਗਹਿਰਾਈ ਤੋਂ ਸਮਝ ਲਈਏ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਜਨ ਕੋਸੀ ਨਾਮ ਹਰ ਕੇ ਲਾਗੇ। ਕਦੋਂ ਇਹ ਨਸਣਗੇ? ਜਦੋਂ ਪਰਮਾਤਮਾ ਧੁਰ ਕੀ ਹੈ? ਮੇਲ, ਜਿੱਥੋਂ ਨਿਰੰਕਾਰ। ਵੇਖੋ ਜਿਹੜੀ ਚੀਜ਼ ਸਾਡੇ ਅੰਦਰ ਚੱਲਦੀ ਹੈ ਨਾ, ਉਹਨੂੰ ਅਸੀਂ ਬੰਦ ਨਹੀਂ ਕਰ ਸਕਦੇ। ਆਹ ਕਮਰੇ ਦੇ ਵਿੱਚ ਅਸੀਂ ਬੈਠੇ ਆ ਨਾ, ਇੱਥੇ ਲਾਈਟ ਜਗਾਈ ਹੈ ਜਾਂ ਪੱਖਾ ਚੱਲਦਾ ਨਾ, ਬਾਹਰੀ ਤੌਰ ਤੇ ਸਾਡੀ ਪਹੁੰਚ, ਇਹਨੂੰ ਅਸੀਂ ਬੰਦ ਕਰ ਸਕਦੇ ਹਾਂ, ਇਹਨੂੰ ਜਗਾ ਵੀ ਸਕਦੇ ਹਾਂ। ਪਰ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਚੱਲਦੀਆਂ ਨਾ, ਉਸ ਅੰਦਰ ਤੱਕ ਪਹੁੰਚ ਕਿਹਦੀ ਹੈ? ਪਰਮਾਤਮਾ ਦੀ, ਗੁਰੂ ਦੇ ਸ਼ਬਦ ਦੀ। ਤੇ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਕਹਿੰਦੇ, ਜਦੋਂ ਤੇਰੇ ਸ਼ਬਦ ਰੂਪੀ ਚਰਨ ਮੇਰੇ ਹਿਰਦੇ ਦੇ ਵਸੇ, ਚਰਨ ਕਮਲ ਕੀ ਆਸ ਪਿਆਰੇ। ਪਰਮਾਤਮਾ ਇਸ ਦੀ ਕਿਰਪਾ ਦੇ ਨਾਲ, ਇਸ ਦੀ ਮਿਹਰ ਦੇ ਨਾਲ ਜਮ ਕੰਕਰ ਨਸ ਗਏ ਵਿਚਾਰੇ। ਜਿਹੜੇ ਮਹਾਬਲੀ ਸੀ ਨਾ, ਜਿਹੜੇ ਸੂਰਜ ਜਿਨ੍ਹਾਂ ਨੂੰ ਗਿਣਿਆ ਜਾਂਦਾ ਸੀ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਅੱਜ ਇਹ ਮੈਨੂੰ ਵਿਚਾਰੇ ਜੇ ਲੱਗਦੇ ਨੇ, ਮੈਨੂੰ ਇਹਨਾਂ ਤੇ ਤਰਸ ਆਉਂਦਾ ਹੈ। ਕਿਉਂ? ਕਿਉਂਕਿ ਪ੍ਰਭੂ ਤੇਰੇ ਚਰਨ ਰੂਪੀ, ਵੇਖੋ ਜਿਹੜਾ ਅਸੀਂ ਸਿਮਰਨ ਕਰ ਰਹੇ ਸੀ ਨਾ, ਇਸ ਗੁਰੂ ਦੇ ਸ਼ਬਦ ਹੀ ਗੁਰੂ ਦੇ ਚਰਨ ਹਨ। ਤੇ ਜਦੋਂ ਨਿਰੰਕਾਰ ਜੀ ਤੁਹਾਡੇ ਚਰਨ ਰੂਪੀ ਸ਼ਬਦ ਮੇਰੇ ਹਿਰਦੇ ਦੇ ਵਿੱਚ ਵਸ ਗਏ, ਜਿਹੜੇ ਮਹਾਬਲੀ ਸੀ, ਹੁਣ ਇਹਨਾਂ ਤੇ ਮੈਨੂੰ ਤਰਸ ਆਉਂਦਾ ਹੈ, ਇਹ ਸਾਰੇ ਅੰਦਰੋਂ ਨਸ ਗਏ ਹਨ। ਤੂੰ ਚਿਤ ਆਵਹਿ ਤੇਰੀ ਮਾਇਆ। ਮਾਇਆ ਦੇ ਅਰਥ ਹੁੰਦੇ ਹਨ ਦਇਆ, ਕਿਰਪਾ। ਇਹ ਪਰਵਰਦਿਗਾਰ ਸੱਚੇ ਪਾਤਸ਼ਾਹ, ਤੂੰ ਚੇਤੇ ਆ ਜਾਵੇਂ, ਤੂੰ ਮੇਰੇ ਖਿਆਲਾਂ ਦੇ ਵਿੱਚ ਵਸ ਜਾਵੇਂ, ਤੂੰ ਮੇਰੇ ਹਿਰਦੇ ਦੇ ਵਿੱਚ ਵਸ ਜਾਵੇਂ। ਇਹ ਮੇਰੀ ਕੋਈ ਵਡਿਆਈ ਨਹੀਂ। ਤੂੰ ਚਿਤੇ ਆਵੇਂ ਤੇਰੀ ਮਾਇਆ। ਇਹ ਮੇਰੇ ਤੇ ਤੇਰੀ ਕਿਰਪਾ ਹੈ। ਮੇਰੇ ਤੇ ਤੂੰ ਤਰਸ ਕੀਤਾ, ਤੂੰ ਮੇਰੇ ਤੇ ਤਰੁੱਠਿਆ ਤੇ ਤੂੰ ਮੈਨੂੰ ਆਪਦੀ ਬੰਦਗੀ ਕਰਾਈ, ਆਪਦਾ ਨਾਮ ਜਪਾਇਆ। ਸੱਚੇ ਪਾਤਸ਼ਾਹ, ਤੂੰ ਚਿਤੇ ਆਵੇਂ ਤੇਰੀ ਮਾਇਆ। ਇਹ ਤੇਰੀ ਮਿਹਰ, ਇਹ ਤੇਰੀ ਦਇਆ ਹੈ ਸੱਚੇ ਪਾਤਸ਼ਾਹ। ਸਿਮਰਤ ਨਾਮ ਸਗਲ ਰੋਗ ਖਇਆ। ਖਇਆ ਭਾਵ ਕੀ ਨਾਸ ਹੋ ਗਿਆ। ਜਦੋਂ ਸਾਧ ਸੰਗਤ ਜੀ ਸਿਮਰਨ ਦੇ ਆਖਰੀ ਅਰਥ ਹੁੰਦੇ ਹਨ ਪਰਮਾਤਮਾ ਨੂੰ ਚੇਤੇ ਕਰਨਾ। ਵੇਖੋ ਅਸੀਂ ਪਰਮਾਤਮਾ ਨੂੰ ਭੁਲਾਇਆ ਨਹੀਂ, ਗਵਾਇਆ ਨਹੀਂ, ਉਸ ਪਰਮਾਤਮਾ ਨੂੰ ਅਸੀਂ ਭੁਲਾ ਦਿੱਤਾ ਹੈ। ਇਸ ਕਰਕੇ ਅਸੀਂ ਵਾਰ-ਵਾਰ ਉਹਨੂੰ ਚੇਤੇ ਕਰਦੇ ਹਾਂ। ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਤਾਂ ਕਹਿੰਦੇ ਹਾਂ ਕਿ ਉਹ ਸਾਡੇ ਚੇਤੇ ਦੇ ਵਿੱਚ ਆ ਜਾਵੇ, ਸਾਡੇ ਖਿਆਲਾਂ ਦੇ ਵਿੱਚ ਆ ਜਾਵੇ, ਤਾਂ ਜੋ ਸਾਨੂੰ ਅਨੇਕਾਂ ਪ੍ਰਕਾਰ ਦੇ ਜਿਹੜੇ ਬਾਹਰੀ ਅੰਤਰੀਵ ਤੇ ਬਾਹਰੀ ਰੋਗ ਲੱਗੇ ਹਨ, ਇਹ ਕਿਹਦੇ ਨਾਲ ਨਾਸ ਹੋਣਾ ਹੈ? ਪਰਮਾਤਮਾ ਦੇ ਸਿਮਰਨ ਦੇ ਨਾਲ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਵੇਖੋ ਬਾਣੀ ਵੀ ਨਾਮ ਹੈ, ਸਿਮਰਨ ਕਰਨਾ ਵੀ ਨਾਮ ਹੈ, ਸਭ ਕੁਝ ਨਾਮ ਹੈ। ਕਿਸੇ ਵੀ ਤਰ੍ਹਾਂ ਤੁਹਾਨੂੰ ਪਰਮਾਤਮਾ ਚੇਤੇ ਆ ਜਾਵੇ। ਤੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਸਾਰੇ ਰੋਗਾਂ ਦਾ ਨਾਸ ਉਦੋਂ ਹੋਏਗਾ ਸਿਮਰਤ ਨਾਮ ਸਗਲ ਰੋਗ ਖਇਆ। ਉਦੋਂ ਪੰਜਵੇਂ ਪਾਤਸ਼ਾਹ ਕਹਿੰਦੇ ਜਦੋਂ ਮੈਂ ਪਰਮਾਤਮਾ ਦੀ ਬੰਦਗੀ ਕੀਤੀ ਤੇ ਮੇਰੇ ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਅਨਕ ਦੁਖ ਦੇਵ ਹੈ ਅਵਰਾ ਕੋ, ਪਹੁੰਚ ਨਾ ਸਕੈ ਜਨ ਤੇਰੇ ਕੋ। ਅਵਰਾ ਭਾਵ ਕੀ ਗੁਰਮੁਖਾਂ ਤੋਂ ਬਗੈਰ ਜਿਹੜੇ ਇੱਕ ਮਨਮੁਖ ਹੁੰਦੇ ਹਨ, ਇੱਕ ਗੁਰਮੁਖ ਹੁੰਦੇ ਹਨ। ਸਾਧ ਸੰਗਤ ਜੀਓ, ਅਸੀਂ ਆਉਂਦੇ ਹਾਂ ਬਹੁ ਗਿਣਤੀ ਦੇ ਵਿੱਚ ਮਨਮੁਖਾਂ ਦੇ ਵਿੱਚ। ਮਨਮੁਖ ਹੁੰਦੇ ਨੇ ਜਿਹੜੇ ਆਪਣੀ ਮਰਜ਼ੀ ਦੇ ਮੁਤਾਬਕ ਚੱਲਣ ਵਾਲੇ ਹਨ, ਤੇ ਸਾਨੂੰ ਸਾਰਿਆਂ ਨੂੰ ਸਾਰਾ ਦਿਨ ਇਹ ਪੰਜੇ ਜਣੇ ਹੀ ਖਿਡਾਉਂਦੇ ਰਹਿੰਦੇ ਨੇ, ਜਿਹਨੂੰ ਸੱਚੇ ਪਾਤਸ਼ਾਹ ਫਰਮਾਨ ਕਰਦੇ ਨਾ, ਕਹਿਤ ਕਬੀਰ ਪਾਂਚੋਂ ਕਾ ਝਗੜਾ ਝਗੜਤ ਜਨਮ ਗਵਾਇਆ। ਕੋਈ ਵੀ ਰੋਲਾ ਜੇ ਨਾ, ਕੋਈ ਵੀ ਲੜਾਈ ਹੈ, ਕੋਈ ਵੀ ਦੁਬਿਧਾ ਹੈ ਕਿਸੇ ਦੀ, ਉਹ ਪੰਜਾ ਦੀਜੇ। ਚਾਹੇ ਕਾਮ ਨੂੰ ਲੈ ਕੇ ਹੈ, ਚਾਹੇ ਕ੍ਰੋਧ ਨੂੰ, ਚਾਹੇ ਮੋਹ ਨੂੰ, ਚਾਹੇ ਲੋਭ ਨੂੰ, ਚਾਹੇ
ਹੰਕਾਰ ਨੂੰ। ਇਹ ਕਿਹਨਾਂ ਤੇ ਵਸ ਕਰਦੇ ਹਨ, ਕਿਹਨਾਂ ਤੇ ਵਾਰ ਕਰਦੇ ਹਨ? ਜਿਹੜੇ ਆਪਣੀ ਮਤ ਮੁਤਾਬਕ ਚੱਲਦੇ ਹਨ, ਜਿਨ੍ਹਾਂ ਨੂੰ ਅਸੀਂ ਮਨਮੁਖ ਆਖਦੇ ਹਾਂ। ਤੇ ਸੱਚੇ ਪਾਤਸ਼ਾਹ ਕਹਿੰਦੇ ਅਨਕ ਦੁਖ ਦੇਵੈ ਅਵਰਾ ਕੋ। ਦੂਜਿਆਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੈਂ ਵੇਖਦੇ ਨਾ, ਜਿਹਨੂੰ ਕਹਿੰਦੇ ਨਾ ਉੱਚੇ ਚੜ ਕੇ ਵੇਖਿਆ ਕਰ ਕਰ ਇਹੋ ਅੱਗ। ਜਦੋਂ ਆਤਮਿਕ ਅੱਖਾਂ ਦੇ ਨਾਲ ਤੁਸੀਂ ਸੰਸਾਰ ਨਾਲ ਵੇਖੋਗੇ ਨਾ, ਸਾਰਾ ਜਗਤ ਕੁਰਾਹੇ ਪਿਆ ਹੈ। ਜਿਹਨੂੰ ਸੱਚੇ ਪਾਤਸ਼ਾਹ ਨਾਨਕ ਦੁਖੀਆ ਸਭ ਸੰਸਾਰ। ਜ਼ਰੂਰੀ ਨਹੀਂ ਕਿ ਸਰੀਰ ਤੇ ਕੋਈ ਰੋਗ ਨਹੀਂ ਤੇ ਇਹ ਸੁਖੀ ਹੈ, ਇਹ ਗਲਤ ਗੱਲ ਹੈ। ਅੰਦਰੋਂ ਅਸੀਂ ਸਾਰੇ ਹੀ ਤੜਫਦੇ ਹਾਂ, ਅੰਦਰੋਂ ਅਸੀਂ ਸਾਰੇ ਹੀ ਵਿਲਕਦੇ ਰਹਿੰਦੇ ਹਾਂ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਅਨਕ ਦੁਖ ਦੇਵੇ ਅਵਰਾ ਕੋ, ਪਹੁੰਚ ਨਾ ਸਕੈ ਜਨ ਤੇਰੇ ਕੋ। ਤੇਰੇ ਪਿਆਰਿਆਂ ਦੇ ਨੇੜੇ ਵੀ ਇਹ ਭਟਕਦੇ ਨਹੀਂ, ਉਹਨਾਂ ਦੇ ਇਹ ਵਾਰ ਵੀ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹ ਨਾਦ ਦੇ ਵਿੱਚ ਸਮਾਏ ਰਹਿੰਦੇ ਹਨ, ਉਹ ਸਮੇਂ ਤੋਂ ਪਰਾਂ ਹੁੰਦੇ ਹਨ। ਇਹ ਵਾਰ ਕਿੱਥੇ ਕਰਦੇ ਹਨ? ਸਮੇਂ ਦੇ ਵਿੱਚ। ਤੇ ਜਿਹੜੇ ਪਿਆਰੇ ਹੁਣ ਚੌਥੇ ਪਦ ਤੇ ਰਹਿ ਕੇ ਸਮਾਂ ਉਹਨਾਂ ਨੂੰ ਛੂ ਵੀ ਨਹੀਂ ਸਕਦਾ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਸਾਧ ਸੰਗਤ ਜੀ ਕੀ ਕਰਨਾ ਹੈ? ਜਿਵੇਂ ਆਪਾਂ ਵਿਚਾਰ ਪਹਿਲਾਂ ਸ਼ੁਰੂ ਕੀਤੀ ਸੀ, ਪਹਿਲਾਂ ਉਹਦੇ ਕੋਲ ਦਰਸ਼ਨਾਂ ਦੀ ਦਾਤ ਮੰਗਣੀ ਹੈ ਵੀ ਸੱਚੇ ਪਾਤਸ਼ਾਹ ਮਿਹਰ ਕਰ, ਮੇਰੇ ਅੰਦਰ ਇਹ ਪਿਆਸ ਲੱਗ ਜਾਵੇ। ਜਦੋਂ ਪਿਆਸ ਲੱਗੇਗੀ ਨਾ, ਤੜਫ ਮੰਗਣੀ ਹੈ ਸੱਚੇ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਤੜਫ ਪੈਦਾ ਹੋ ਜਾਵੇ। ਜਦੋਂ ਇਹ ਮੰਗਦੇ ਰਹੋਗੇ ਨਾ, ਤੇ ਜਿਸ ਦਿਨ ਤੜਫ ਪੈਦਾ ਹੋਗੀ, ਫਿਰ ਇਹ ਰਾਤ ਨੂੰ ਵੀ ਉੱਠ ਕੇ ਰੋਇਆ ਕਰੇਗਾ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਕਿ ਮੇਰੇ ਕੋਲ ਕਿੰਨਾ ਕੁ ਸਮਾਂ ਬਚਿਆ ਹੈ। ਹਮ ਆਦਮੀ ਹਾਂ ਇੱਕਦਮ ਹੀ, ਮੋਹਲਤ ਮੌਤ ਨਾ ਜਾਣਾ। ਪਰਵਰਦੀਗਾਰ ਤੂੰ ਇੱਕ ਸਵਾਸ ਦੇ ਦੇਵੇਂ ਤਾਂ ਮੈਂ ਜਿੰਦਾ ਹਾਂ। ਤੂੰ ਹੁਣੇ ਜਿਹੜੇ ਦਿੱਤੇ ਸਵਾਸ ਦੀ ਡੋਰੀ ਕੱਟ ਦੇਵੇਂ ਤੇ ਮੇਰੀ ਕਹਾਣੀ ਖਤਮ ਹੈ। ਮੈਂ ਹਜੇ ਤੱਕ ਵੀ ਤੇਰੇ ਦਰ ਤੱਕ ਨਹੀਂ ਪਹੁੰਚਿਆ, ਤੇਰੇ ਘਰ ਤੱਕ ਨਹੀਂ ਪਹੁੰਚਿਆ। ਮਿਹਰ ਕਰ, ਤੂੰ ਦਇਆ ਕਰ ਸੱਚੇ ਪਾਤਸ਼ਾਹ। ਦੇਹੋ ਦਰਸ਼ ਸੁਖ ਦਾਤਿਆ, ਮੋਹਿ ਗਲ ਵਿੱਚ ਲਿਓ ਮਿਲਾਏ ਜਿਓ। ਸੱਚੇ ਪਾਤਸ਼ਾਹ ਮੈਨੂੰ ਆਦੇ ਗਲ ਦੇ ਨਾਲ ਲਾ, ਜਿਹੋ ਜਿਹਾ ਵੀ ਹਾਂ ਮੈਂ ਤੇਰਾ ਬੱਚਾ ਹਾਂ। ਕਿਵੇਂ ਪੁੱਤਰ ਆਦੇ ਮਾਂ ਪਿਓ ਨੂੰ ਗਲਵਕੜੀਆਂ ਪਾ ਕੇ ਮਾਂ ਸੀਨੇ ਦੇ ਨਾਲ ਲਾਉਂਦੀ ਹੈ। ਸੱਚੇ ਪਾਤਸ਼ਾਹ ਮੈਂ ਇਸ ਦੁਨੀਆ ਦੇ ਵਿੱਚ, ਇਸ ਮਾਇਆ ਦੇ ਵਹਿਣਾਂ ਦੇ ਵਿੱਚ ਵਹਿੰਦਾ ਜਾ ਰਿਹਾ ਹਾਂ। ਸੰਸਾਰ ਸਮੁੰਦੇ ਤਾਗ ਬਿੰਦੇ, ਤਾਰ ਲੈ ਬਾਪ ਬੀਠਲਾ। ਮੋਕੋ ਬਾਹਾਂ ਦੇ ਬਾਪ ਬੀਠਲਾ। ਸੱਚੇ ਪਾਤਸ਼ਾਹ ਹਮ ਪੰਕਜ ਮੋਹ ਪਗ ਨਹੀਂ ਚਾਲੇ, ਹਮ ਦत्ता देखे हम डूबिए। ਸੱਚੇ ਪਾਤਸ਼ਾਹ ਅਸੀਂ ਇਹਨਾਂ ਵਹਿਣਾਂ ਦੇ ਵਿੱਚ ਡੁੱਬਦੇ ਜਾ ਰਹੇ ਹਾਂ। ਮਿਹਰ ਕਰ, ਦਇਆ ਕਰ, ਦਰਸ਼ ਤੇਰੇ ਕੀ ਪਿਆਸ ਮਨ ਲਾਗੀ। ਤੁਹਾਡੇ ਅੰਦਰ ਤਾਂ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਹੈ ਤੇ ਤੁਸੀਂ ਸਹਿਜ ਆਨੰਦ ਤੇ ਵਿਰਾਗ ਦੇ ਵਿੱਚ ਹੁਣ ਜੀਵਨ ਬਤੀਤ ਕਰਦੇ ਹੋ। ਸਾਡੇ ਅੰਦਰ ਵੀ ਇਹ ਪਿਆਸ ਪੈਦਾ ਹੋ ਜਾਵੇ। ਸਾਡੇ ਰਸਨਾ ਦੇ ਉੱਤੇ ਇੱਕ ਇੱਕ ਸ਼ਬਦ ਦੇ ਵਿੱਚ ਕ੍ਰੋਧ, ਕਾਮ, ਲੋਭ ਵਸਿਆ ਪਿਆ ਹੈ। ਕੋਈ ਸਾਨੂੰ ਮਾੜੀ ਜੀ ਵੀ ਚੋਟ ਮਾਰੇ ਤਾਂ ਅਸੀਂ ਅੱਗ ਬਬੂਲੇ ਹੋ ਜਾਂਦੇ ਹਾਂ। ਸਾਡੇ ਤੇ ਵੀ ਮਿਹਰ ਕਰੋ, ਅਸੀਂ ਵੀ ਸਹਿਜ ਦੇ ਵਿੱਚ ਜੀਣਾ ਸ਼ੁਰੂ ਕਰ ਲਈਏ। ਅਸੀਂ ਤੇਰੇ ਆਨੰਦ ਦੇ ਵਿੱਚ ਰਹਿਣਾ ਸ਼ੁਰੂ ਕਰ ਸਕੀਏ। ਉਦੋਂ ਹੋਵੇਗਾ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਏਗੀ, ਜਿਹਨੂੰ ਨਿਰੰਕਾਰ ਆਂਗ ਤੂੰ ਚਿੱਤੇ ਆਵੇਂ ਤੇਰੀ ਮਾਇਆ। ਸੱਚੇ ਪਾਤਸ਼ਾਹ ਦਰਸ਼ਨਾਂ ਦੀ ਪਿਆਸ ਉਦੋਂ ਪੈਦਾ ਹੋਏਗੀ ਜਦੋਂ ਤੇਰੀ ਮਾਇਆ ਅੰਦਰ ਪੈਦਾ ਹੋ ਗਈ। ਨਾਨਕ ਕੀ ਅਰਦਾਸ ਸੁਣੀਜੈ, ਕੇਵਲ ਨਾਮ ਹਿਰਦੈ ਮਹਿ ਦੀਜੈ। ਵੇਖੋ ਸਾਧ ਸੰਗਤ ਜੀਓ, ਅਸੀਂ ਕਿਸੇ ਵੀ ਰੂਪ ਦੇ ਵਿੱਚ ਸਾਰੇ ਧਰਮ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਚਾਹੇ ਕੋਈ ਮੰਦਰ ਜਾਂਦਾ ਹੈ, ਚਾਹੇ ਕੋਈ ਡੇਰੇ, ਚਾਹੇ ਕੋਈ ਮਸਜਿਦ, ਚਾਹੇ ਕੋਈ ਗੁਰਦੁਆਰੇ, ਜਿਹਨੂੰ ਵੀ ਅਸੀਂ ਧਾਰਮਿਕ ਰਸਤਾ ਮੰਨਦੇ ਹਾਂ, ਅਸੀਂ ਉੱਥੇ ਜਾਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਕਿਸੇ ਵੀ ਰਾਹਬਰ ਪੈਗੰਬਰ ਨੂੰ ਅਸੀਂ ਚੇਤੇ ਕਰਦੇ ਹਾਂ। ਜਦੋਂ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ, ਅਸੀਂ ਹਮੇਸ਼ਾ ਹੀ ਸੁੱਖ ਦੀ ਅਰਦਾਸ ਕਰਦੇ ਹਾਂ, ਕਦੇ ਵੀ ਅਸੀਂ ਦੁੱਖ ਦੀ ਅਰਦਾਸ ਨਹੀਂ ਕੀਤੀ। ਤੇ ਵੇਖੋ ਸਾਧ ਸੰਗਤ ਜੀ, ਜਿਸ ਤਰ੍ਹਾਂ ਮਾਂ ਪਿਓ ਛੋਟੇ ਬੱਚੇ ਨੂੰ ਉਂਗਲੀ ਦੇ ਨਾਲ ਫੜ ਕੇ ਚੱਲਣਾ ਸਿਖਾਉਂਦੇ ਹਨ, ਪਹਿਲਾਂ ਉਹਨੂੰ ਬੈਠਣਾ ਸਿਖਾਉਂਦੇ ਹਨ, ਫਿਰ ਉਹਨੂੰ ਤੁਰਨਾ ਸਿਖਾਉਂਦੇ ਹਨ, ਫਿਰ ਉਹਨੂੰ ਖਾਣਾ ਪੀਣਾ ਸਿਖਾਉਂਦੇ ਹਨ, ਉਸੇ ਤਰ੍ਹਾਂ ਹੀ ਹਰ ਜੀ ਮਾਤਾ
ਹਰ ਜੀ ਪਿਤਾ ਹਰ ਜੀਉ ਪ੍ਰਤਪਾਲਕ ਹਮ ਹਰ ਕੇ ਬਾਲਕ। ਅਸੀਂ ਵੀ ਹਰੀ ਦੇ ਬੱਚੇ ਹਾਂ ਤੇ ਹਰੀ ਸਾਡਾ ਮਾਂ ਪਿਓ ਹੈ। ਉਹ ਸਾਨੂੰ ਮੰਗਣਾ ਸਿਖਾਉਂਦੇ ਹਨ। ਉਹ ਕਮਲਿਆ ਜੇ ਕਿਤੇ ਗੁਰੂ ਦੀ ਸੰਗਤ ਦੇ ਵਿੱਚ ਆਏ, ਗੁਰੂ ਦੇ ਦਰਸ਼ਨ ਕਰੇ ਤੇ ਦੁਨਿਆਵੀ ਚੀਜ਼ਾਂ ਨਾ ਮੰਗੀ, ਦੁਨਿਆਵੀ ਅਰਦਾਸ ਨਾ ਕਰੀ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਵੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਹਰੀ ਦਾ ਨਾਮ ਮੰਗ, ਤੇਰੇ ਅੰਦਰ ਕੋਈ ਵੀ ਭੁੱਖ ਨਹੀਂ ਰਹਿਣੀ। ਤੇ ਸਾਧ ਸੰਗਤ ਜੀ, ਜਦੋਂ ਅਸੀਂ ਦੁਨਿਆਵੀ ਚੀਜ਼ ਮੰਗਾਂਗੇ ਨਾ, ਬੀਜ ਮੰਗਾਂਗੇ ਕੋਈ ਵੀ ਬਾਹਰੀ ਤੌਰ ਤੇ, ਚਾਹੇ ਅੰਤਰੀ ਵੀ ਅਸੀਂ ਵਾਸ਼ਨਾਵਾਂ ਲਾਵਾਂਗੇ ਨਾ, ਇੱਕ ਨਿਯਮ ਹੈ ਪ੍ਰਕਿਰਤੀ ਦਾ। ਇੱਕ ਬੀਜ ਬੋਵੋਗੇ, ਉਸ ਦੇ ਵਿੱਚ ਕਿੰਨੇ ਰੂਪਾਂ ਦੇ ਵਿੱਚ ਤੁਹਾਨੂੰ ਹੋਰ ਬੀਜ ਪ੍ਰਾਪਤ ਹੋਣਗੇ। ਵੇਖੋ, ਜਿਸ ਤਰ੍ਹਾਂ ਅਸੀਂ ਇੱਕ ਕਣਕ ਦਾ ਦਾਣਾ ਬੋਈਏ ਤੇ ਉਹਨੂੰ ਕਿੰਨੇ ਕਣਕ ਦੇ ਦਾਣੇ ਇੱਕ ਸਿੱਟੇ ਨੂੰ ਲੱਗਣਗੇ। ਉਸੇ ਤਰ੍ਹਾਂ ਜੇ ਅਸੀਂ ਦੁਨਿਆਵੀ ਚੀਜ਼ ਹੋਰ ਮੰਗਾਂਗੇ ਤੇ ਸਾਡੇ ਅੰਦਰ ਹੋਰ ਵਾਸ਼ਨਾਵਾਂ ਚਲਦੀਆਂ ਰਹਿਣਗੀਆਂ। ਕਾਹਦੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਅੱਗੇ? ਨਾਨਕ ਕੀ ਅਰਦਾਸ ਸੁਣੀਜੇ, ਕੇਵਲ ਨਾਮ ਹਿਰਦੇ ਮੈਂ ਦੀਜੇ। ਸੱਚੇ ਪਾਤਸ਼ਾਹ ਮੇਰੀ ਅਰਦਾਸ ਸੁਣ, ਮੇਰੇ ਤੇ ਮਿਹਰ ਕਰ, ਮੇਰੇ ਤੇ ਦਇਆ ਕਰ। ਮੇਰੇ ਅੰਦਰ ਇੰਨੇ ਕੁ ਬੀਜ, ਇੰਨੇ ਕੁ ਕਣ ਅੰਦਰ ਮੈਂ ਸੱਟੀ ਜਾ ਰਿਹਾ ਹਾਂ। ਸਾਰਾ ਦਿਨ ਮੈਂ ਬੋਲੀ ਜਾ ਰਿਹਾ ਹਾਂ, ਸਾਰਾ ਦਿਨ ਬੋਲਦਾ ਰਹਿੰਦਾ ਹਾਂ, ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਚੀਜ਼ ਚਾਹੀਦੀ। ਤੁਸੀਂ ਕਦੇ ਖੋਜ ਕਰਕੇ ਵੇਖਿਆ ਨਹੀਂ? ਜ਼ਰੂਰੀ ਨਹੀਂ ਮੂੰਹ ਦੇ ਨਾਲ ਬੋਲਣਾ, ਮਨ ਸਾਡਾ ਸਾਰਾ ਦਿਨ ਬੋਲਦਾ ਰਹਿੰਦਾ ਹੈ। ਚਾਹੇ ਕਾਮ ਦੇ ਵਿੱਚ ਬੋਲੀ ਜਾ ਰਿਹਾ, ਚਾਹੇ ਮੋਹ ਦੇ ਵਿੱਚ, ਚਾਹੇ ਲੋਭ ਦੇ ਵਿੱਚ, ਚਾਹੇ ਹੰਕਾਰ ਦੇ ਵਿੱਚ, ਤੇ ਪਤਾ ਨਹੀਂ ਕਿੰਨੇ ਕੁ ਬੀਜ ਆਦੇ ਅੰਦਰ ਸੱਟੀ ਜਾ ਰਿਹਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਅਰਦਾਸ ਕਰ। ਅਰਦਾਸ ਕਿਹੜੀ ਕਰ? ਜੇਤੇ ਸਾਸ ਗਰਾਸ ਮਨ ਲੇਤਾ, ਤੇ ਹੀ ਗੁਣ ਗਾਈਏ। ਸੱਚੇ ਪਾਤਸ਼ਾਹ ਜਦੋਂ ਇਹ ਬੋਲੇ, ਤੇਰਾ ਨਾਮ ਬੋਲੇ ਰਾਮ, ਤੇਰਾ ਨਾਮ ਬੋਲੇ ਵਾਹਿਗੁਰੂ, ਤੇਰਾ ਨਾਮ ਬੋਲੇ ਅੱਲਾ। ਸੱਚੇ ਪਾਤਸ਼ਾਹ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਾਰੀ ਖਲਕਣਤ ਦੇ ਵਿੱਚ ਮੈਨੂੰ ਤੂੰ ਦਿਸਣ ਲੱਗ ਜਾਵੇ। ਉਦੋਂ ਦਿਸੇਗਾ ਜਦੋਂ ਸਾਡਾ ਰੋਮ ਰੋਮ ਪਰਮਾਤਮਾ ਨੂੰ ਚੇਤੇ ਕਰੇਗਾ। ਤੇ ਚੇਤੇ ਕਦੋਂ ਕਰੇਗਾ? ਜਦੋਂ ਇਹ ਨਾਮ ਦੀ ਦਾਤ ਮੰਗੇਗਾ। ਅੱਜ ਇਹ ਦੂਜੀਆਂ ਅਰਦਾਸਾਂ ਕਰਦਾ ਹੈ, ਦੂਜੀਆਂ ਦਾਤਾਂ ਮੰਗਦਾ ਹੈ, ਇਹਨੇ ਕਦੇ ਵੀ ਨਾਮ ਦੀ ਦਾਤ ਨਹੀਂ ਮੰਗੀ। ਇਸ ਕਰਕੇ ਅਖੀਰ ਦੇ ਵਿੱਚ ਪੰਜਵੇਂ ਪਾਤਸ਼ਾਹ ਸਮਝਾਉਣਾ ਕਰਦੇ ਹਨ। ਆਪ ਸਾਨੂੰ ਬੱਚਿਆਂ ਵਾਂਗ, ਜਿਵੇਂ ਅਸੀਂ ਬੱਚਿਆਂ ਨੂੰ ਉਂਗਲੀ ਫੜ ਕੇ ਸਿਖਾਉਣਾ ਤੇ ਤੁਰਨਾ ਸਿਖਾਉਂਦੇ ਹਾਂ, ਉਵੇਂ ਸਮਝਾਉਣਾ ਕਰਦੇ ਆ। ਮੇਰੇ ਪੁੱਤਰ, ਤੂੰ ਹੋਰ ਅਰਦਾਸ ਨਾ ਕਰਿਆ ਕਰ। ਜੇ ਪੰਜਵਾਂ ਪਾਤਸ਼ਾਹ ਧੰਨ ਗੁਰੂ ਨਾਨਕ ਅੱਗੇ ਅਰਦਾਸ ਕਰਦਾ ਹੈ ਵੀ ਕੇਵਲ ਮੇਰੇ ਨਾਮ ਹਿਰਦੇ ਦੇ ਵਿੱਚ ਵਸਾ ਦੇ, ਤੇ ਗੁਰੂ ਦੇ ਸਿੱਖਾਂ ਤੂੰ ਵੀ ਨਾਮ ਮੰਗਿਆ ਕਰ, ਤੂੰ ਵੀ ਇਹੋ ਹੀ ਅਰਦਾਸਾਂ ਕਰਿਆ ਕਰ। ਆਪਦੇ ਗੁਰੂ ਤੇ ਭਰੋਸਾ ਰੱਖ। ਵਿਣ ਬੋਲਿਆ ਸਭ ਕੁਝ ਜਾਣਦਾ, ਉਹ ਤਾਂ ਤੇਰੇ ਬੋਲਣ ਤੋਂ ਬਗੈਰ ਹੀ ਜਾਣਦਾ। ਜੇ ਸੱਚ ਜੇ ਕਿਤੇ ਤੁਹਾਡੇ ਅੰਦਰ ਮਨ ਦੇ ਅੰਦਰ ਵਿਚਾਰ ਵੀ ਬਣ ਗਿਆ ਨਾ, ਤੁਹਾਡੇ ਬੋਲਣ ਤੋਂ ਪਹਿਲਾਂ ਚੀਜ਼ ਤੁਹਾਡੇ ਕੋਲ ਹਾਜ਼ਰ ਹੋਏਗੀ। ਵੇਖੋ, ਇੱਕ ਬੱਚੇ ਦਾ ਜਨਮ ਨਹੀਂ ਹੁੰਦਾ ਤੇ ਮਾਂ ਦੇ ਥਣਾ ਦੇ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ, ਕਿਉਂਕਿ ਉਸ ਅਕਾਲ ਪੁਰਖ ਨੂੰ ਪਤਾ ਹੈ ਕਿ ਇਸ ਨੂੰ, ਮੇਰੇ ਬੱਚੇ ਨੂੰ ਇਸ ਚੀਜ਼ ਦੀ ਲੋੜ ਹੈ। ਤੇ ਸਾਧ ਸੰਗਤ ਜੀਓ, ਇਸ ਕਰਕੇ ਪਰਮਾਤਮਾ ਦੇ ਨਾਲ ਜੁੜੀਏ, ਉਸ ਦੇ ਦੱਸੇ ਮਾਰਗ ਤੇ ਚੱਲੀਏ, ਉਸ ਤੋਂ ਬਗੈਰ ਹੋਰ ਚੀਜ਼ ਨਾ ਮੰਗੀਏ। ਵਾਰ-ਵਾਰ ਸਾਰੀ ਗੁਰਬਾਣੀ ਨਾਮ ਤੇ ਗੱਲ ਲਿਆ ਕੇ ਖਤਮ ਕਰਦੀ ਹੈ। ਉਸ ਗੁਰੂ ਦੇ ਲੇਖੇ ਲਾਈਏ, ਨਾਮ ਜਪਿਆ ਕਰੀਏ। ਆਪ ਜਪਿਓ ਅਵਰਾ ਨਾਮ ਤੁਪਾ, ਆਪ ਜਪੀਏ ਤੇ ਦੂਸਰਿਆਂ ਨੂੰ ਜਪਾਈਏ। ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਹਨ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ